हमारे साथ अभिमन्यु जी बैठे हुए हैं, शिव कुमार कक्का जी हैं, जगजीत सिंह डल्लेवाल जी हैं, राज्यवाल जी हैं, रुलदू सिंह जी हैं, बंगू जी हैं, सरजीत फूल जी हैं, कुलवंत संधू जी और उनके साथ सभी जो मीटिंग में थे, सिरसा जी। आइए बात करते हैं जगजीत सिंह राज्यवाल जी से बात करते हैं। राज्यवाल जी, ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਪੰਜਾਬੀ ਚ ਕਰਦੇ ਹਾਂ, ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਸਰਕਾਰ ਦਾ ਵਤੀਰਾ ਅੱਜ ਸਖਤ ਸੀ ਔਰ ਅਸੀਂ ਉਹਨਾਂ ਨੂੰ ਬੜਾ ਸਾਫ਼ ਕਹਿ ਦਿੱਤਾ ਹੈ ਵੀ ਕਾਨੂੰਨ ਰਿਪੀਲ ਕੀਤੇ ਤੇ ਬਿਨਾਂ ਦੂਜੀ ਸਾਡੀ ਕੋਈ ਗੱਲ ਨਹੀਂ। ਉਹਨਾਂ ਨੇ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ। ਅਸੀਂ ਬੜੇ ਸਪਸ਼ਟ ਸ਼ਬਦਾਂ 'ਚ ਕਹਿਤਾ ਵੀ ਇਕੱਲਾ ਕੰਸਟੀਟਿਊਸ਼ਨਲ ਵੈਲਿਡਿਟੀ ਦਾ ਮਸਲਾ ਨਹੀਂ, ਕਿਸਾਨਾਂ ਦੇ ਭਵਿੱਖ ਦਾ ਸਵਾਲ ਹੈ। ਬਹੁਤ ਸਾਰੇ ਮੁੱਦੇ ਇਹਦੇ ਨਾਲ ਜੁੜੇ ਨੇ। ਸੁਪਰੀਮ ਕੋਰਟ ਨੂੰ ਇਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ ਔਰ ਅਸੀਂ ਸਰਕਾਰ ਜਦੋਂ ਤੱਕ ਸਰਕਾਰ ਇਹ ਰਿਪੀਲ ਨਹੀਂ ਕਰਦੀ ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਔਰ ਇਸੇ ਤਰ੍ਹਾਂ ਅਸੀਂ ਇਹ ਵੀ ਬੜਾ ਸਾਫ਼ ਕਹਿ ਦਿੱਤਾ ਵੀ 26 ਤਾਰੀਖ ਦਾ ਸਾਡਾ ਜਿਹੜਾ ਪ੍ਰੋਗਰਾਮ ਉਹ ਅਟੱਲ ਹੈ। ਤੇ ਜਾਂ ਤਾਂ ਸਰਕਾਰ ਉਹ ਤੋਂ ਪਹਿਲਾਂ ਇਹਨਾਂ ਨੂੰ ਰਿਪੀਲ ਕਰ ਦੇ ਤੇ ਨਹੀਂ ਫਿਰ ਜਿਹੜਾ ਅੰਦੋਲਨ ਉਹ ਜਾਰੀ ਰਹੇਗਾ। ਧੰਨਵਾਦ ਜੀ। ਹੁਣ ਗੱਲ ਕਰਦੇ ਹਾਂ ਜੀ ਕੁਲਵੰਤ ਸੰਧੂ ਜੀ, ਤੁਹਾਡੇ ਵਿਚਾਰ ਜੀ। ਅੱਜ ਜੀ ਸਰਕਾਰ ਦੀ ਬੇਈਮਾਨੀ ਸੀਗੀ। ਪਿਛਲੀ ਮੀਟਿੰਗ ਵਿੱਚ ਸਾਨੂੰ ਨਹੀਂ ਕਿਹਾ ਸੀਗਾ ਕਿ ਇਹ ਤਿੰਨਾਂ ਕਾਨੂੰਨਾਂ ਬਾਰੇ ਸਾਨੂੰ ਕਈ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਪੈਣਾ। ਅਸੀਂ ਤੁਹਾਨੂੰ 8 ਦੀ ਮੀਟਿੰਗ ਦੱਸਾਂਗੇ। ਅਸੀਂ ਉਹਨਾਂ ਕੀ ਵਿਚਾਰ ਵਟਾਂਦਰਾ ਕੀਤਾ, ਉਹ ਕਹਿਣ ਲੱਗੇ ਜੀ ਮੈਜੋਰਟੀ ਕਿਸਾਨ ਤੇ ਮੈਜੋਰਟੀ ਸਟੇਟਾਂ ਹੱਕ 'ਚ ਆ, ਜਦ ਕਿ ਉਹਦਾ ਝੂਠ ਆ। ਇੱਕ ਜਥੇਬੰਦੀ ਇਹਨਾਂ ਨੂੰ ਛੱਡ ਕੇ ਇੱਕ ਵੀ ਜਥੇਬੰਦੀ ਨਹੀਂ ਹਿੰਦੁਸਤਾਨ ਦੀ ਜਿਹੜੀ ਸਪੋਰਟ ਕਰਦੀ ਹੋਵੇ ਉਹਨਾਂ ਦੇ ਵਤੀਰੇ ਵਾਂਗ ਹੀ ਫਿਰ ਕਿਸਾਨ ਜਥੇਬੰਦੀਆਂ ਵਤੀਰਾ ਉਦੋਂ ਵੀ ਸਖਤ ਸੀ। ਉਹਨਾਂ ਨੇ ਸਾਨੂੰ ਕਿਹਾ ਵੀ ਕੋਰਟ 'ਚ ਆਓ 11 ਨੂੰ, ਅਸੀਂ ਕਹਿੰਦੇ ਡੇਲੀ ਬੇਸ 'ਤੇ ਸੁਣਵਾਈ ਕਰਕੇ ਫੈਸਲਾ ਕਰ ਦਿਓ। ਅਤੇ ਫਿਰ ਸਾਡੇ ਬੁਲਾਰੇ ਨੇ ਰਾਜੇਵਾਲ ਸਾਹਿਬ ਨੇ ਕਹਿਤਾ ਵੀ ਸੁਪਰੀਮ ਕੋਰਟ ਸਾਡੇ ਖਿਲਾਫ ਵੀ ਫੈਸਲਾ ਕਰ ਦੇਵੇ ਤਾਂ ਵੀ ਸਾਡਾ ਅੰਦੋਲਨ ਖਤਮ ਨਹੀਂ ਹੋਊਗਾ। ਪ੍ਰਤੀਕਰਮ ਲੈਂਦੇ ਹਾਂ ਸਰਜੀਤ ਫੂਲ ਜੀ ਦਾ। ਫੂਲ ਸਾਹਿਬ, ਜੋ ਅੱਜ ਖੇਤੀ ਮੰਤਰੀ ਨੇ ਅੰਦਰ ਇਹ ਗੱਲ ਕਹੀ ਹੈ ਕਿ ਕਾਨੂੰਨ ਰੱਦ ਨਹੀਂ ਕਰਾਂਗੇ, ਉਹਦੇ ਉੱਪਰ ਤੁਹਾਡਾ ਕੀ ਪ੍ਰਤੀਕਰਮ? ਦੇਖੋ ਜੀ, ਸਾਡਾ ਸਾਰੀਆਂ ਜਥੇਬੰਦੀਆਂ ਦਾ ਪ੍ਰਤੀਕਰਮ ਇਹੀ ਹੈ। ਅਸੀਂ ਉੱਥੇ ਵੀ ਕਿਹਾ ਵੀ ਰਿਪੀਲ ਤੋਂ ਉਰੇ ਕੋਈ ਗੱਲ ਨਹੀਂ ਕਰਨੀ। ਅਸੀਂ ਘੱਟੋ ਘੱਟ ਜਦੋਂ ਥੱਲੇ ਵੀ ਆ ਗਏ ਸੀ ਅਸੀਂ ਕਿਹਾ ਵੀ ਨਾ ਅਸੀਂ ਗੱਲ ਕਰਾਂਗੇ, ਨਾ ਅਸੀਂ ਲੰਗਰ ਖਾਵਾਂਗੇ ਉਹਨਾਂ ਚਿਰ, ਨਾ ਅਸੀਂ ਚਾਹ ਪੀਵਾਂਗੇ ਜਿੰਨਾ ਚਿਰ ਤੱਕ ਇਹਦੇ ਬਾਰੇ ਆਪਦਾ ਸਪਸ਼ਟ ਫੈਸਲਾ ਨਹੀਂ ਦਿੰਦਾ। ਫਿਰ ਉਹਨਾਂ ਨੇ ਉੱਪਰ ਆ ਕੇ ਸਾਨੂੰ ਇਹ ਗੱਲ ਕਹੀ ਹੈ ਵੀ ਜਾਂ ਤਾਂ ਫਿਰ ਕੋਰਟ ਵਾਲਾ ਰਾਹ ਅਪਣਾ ਲਓ ਜਾਂ ਫਿਰ ਤੁਸੀਂ ਕੋਈ ਗਰੁੱਪ ਬਣਾ ਲਓ, ਇਨਫਾਰਮਲ ਗਰੁੱਪ 5-7 ਬੰਦਿਆਂ ਦਾ, ਪਰ ਕਾਨੂੰਨ ਅਸੀਂ ਰਿਪੀਲ ਨਹੀਂ ਕਰ ਸਕਦੇ ਕਿਉਂਕਿ ਬਹੁ ਗਿਣਤੀ ਜਿਹੜਾ ਦੇਸ਼ ਦੇ ਲੋਕ ਹੈ, ਕਿਸਾਨ ਹੈ, ਉਹ ਰਿਪੀਲ ਨਹੀਂ, ਉਹ ਕਾਨੂੰਨ ਦੇ ਪੱਖ 'ਚ ਨੇ। ਅਸੀਂ ਸਰਕਾਰ ਹੈ ਇਸ ਦਿਸ਼ਾ ਦੇ ਵਿੱਚ ਰਿਪੀਲ ਕਰਨ ਵਾਲੀ ਦਿਸ਼ਾ 'ਚ ਨਹੀਂ ਜਾ ਸਕਦੀ। ਇਸ ਕਰਕੇ ਰਿਪੀਲ ਕਰਨ ਤੋਂ ਉਰਾਂ ਜੋ ਤੁਸੀਂ ਕੋਈ ਹੋਰ ਇਹਦੇ ਵਿੱਚ ਕਰਨਾ ਚਾਹੁੰਦੇ ਆ ਉਹ ਕਰ ਲਓ। ਇਹ ਸਨ ਫੂਲ ਜੀ। ਰੁਲਦੂ ਸਿੰਘ ਜੀ, ਜਿਵੇਂ ਉਹ ਕਹਿ ਰਹੇ ਕਿ ਬਹੁ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਕਾਨੂੰਨਾਂ ਦੇ ਹਮਾਇਤ ਦੇ ਵਿੱਚ ਨੇ, ਇਹ ਸਰਕਾਰ ਕੀ ਕਰ ਰਹੀ ਹੈ? ਸਾਡੇ ਜਿਹੜੇ 4 ਬੁਲਾਰੇ ਅਸੀਂ 32 ਜਥੇਬੰਦੀ ਰੱਖੇ, ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲ ਰੱਖੀ ਹੈਗੀ। ਮੈਂ ਤਾਂ ਇਹ ਕਹਿੰਦਾ ਵੀ ਇਸ ਗੱਲ 'ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਸਾਡੇ ਬੁਲਾਰੇ ਨੇ ਗੱਲ ਰੱਖੀ ਹੈ। ਸਪਸ਼ਟ ਕਰਤਾ ਵੀ ਜਿੰਨਾ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਤੋਂ ਜਾਵਾਂਗੇ ਨਹੀਂ। ਇੱਥੋਂ ਤੱਕ ਵੀ ਕਹਿਤਾ ਜੇ ਕੋਰਟ ਨੇ ਸਾਡੇ ਉਲਟ ਵੀ ਕਰਤਾ ਅਸੀਂ ਤਾਂ ਵੀ ਨਹੀਂ ਜਾਵਾਂਗੇ। ਸਾਡੇ ਇੱਕ ਲੀਡਰ ਨੇ ਇਹ ਵੀ ਕਹਿਤਾ ਇਦੋਂ ਸਾਡੇ ਤੁਸੀਂ ਗੋਲੀ ਮਾਰੋ, ਪਹਿਲਾਂ ਸਾਨੂੰ ਮਾਰ ਦਿਓ ਫਿਰ ਕਾਨੂੰਨ ਲਾਗੂ ਕਰ ਲਿਓ। ਇਹ ਇਕੱਲਾ ਇਹਨਾਂ ਦਾ ਕਹਿਣ ਨਹੀਂ, ਜੋ ਸਾਡੇ ਲੀਡਰ ਨੇ ਕਹੀ ਹੈ ਸਾਡੀ ਗੱਲ ਕਹੀ ਆ ਆਪਦੇ ਮੂੰਹ ਰਾਹੀਂ, ਪਰ ਸਿਰਫ ਸਾਡੀ ਇੱਕ ਅਸੂਲ ਹੈ। ਸਾਡੇ ਬੁਲਾਰੇ ਬੋਲਦੇ, ਦੂਜਾ ਬੋਲੇ ਜੀ ਬਥੇਰਾ ਦੂਜਿਆਂ ਦਾ ਕਰਦੇ, ਮੈਂ ਵੀ ਕਹਾਂ ਗੱਲ, ਪਰ ਜੋ ਸਾਡੇ ਬੁਲਾਰਿਆਂ ਨੇ ਗੱਲ ਬੋਲੀ ਹੈ ਉਹ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਹੈ। ਬਹੁਤ ਧੰਨਵਾਦ। ਭੰਗੂ ਸਾਹਿਬ, ਤੁਹਾਡਾ ਇਹ ਸੁਪਰੀਮ ਕੋਰਟ ਵਾਲੇ ਮੈਟਰ ਤੇ ਜੋ ਗੱਲ ਉਹਨਾਂ ਕੀਤੀ ਹੈ ਉਹਦੇ ਪ੍ਰਤੀ ਕੀ ਪ੍ਰਤੀਕਰਮ ਹੈ ਜੀ? ਦੇਖੋ, ਸੁਪਰੀਮ ਕੋਰਟ ਨਾ ਤਾਂ ਅਸੀਂ ਗਏ, ਅਸੀਂ ਆਪ ਪਟੀਸ਼ਨ ਨਹੀਂ ਕੀਤੀ, ਸਰਕਾਰ ਨੇ ਮੈਨੇਜ ਕਰਕੇ ਸਾਡੇ ਖਿਲਾਫ ਪਟੀਸ਼ਨ ਕਰਾਈ ਹੈ। ਅਸੀਂ ਉਹਦਾ ਰਿਸਪੌਂਸ ਦੇ ਦੇਣਾ। ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਨਹੀਂ ਕਰਦੀ ਹੈ, ਫਿਲਹਾਲ ਸਾਡਾ ਉਹਦੇ ਨਾਲ ਕੋਈ ਸਰਕਾਰ ਨਹੀਂ ਹੈ। ਐਜੀਟੇਸ਼ਨ ਚੱਲਦੀ ਹੈ, ਸਰਕਾਰ ਦਾ ਰੁਖ ਬੜਾ ਸਖਤ ਹੈ। ਜਿੰਨਾ ਸਰਕਾਰ ਦਾ ਰੁਖ ਸਖਤ ਹੈ ਉਸ ਤੋਂ ਜ਼ਿਆਦਾ ਸਾਡਾ ਸਖਤ ਹੈ। ਅਸੀਂ ਆਪਣੀ ਐਜੀਟੇਸ਼ਨਾਂ ਨੂੰ ਹੋਰ ਇੰਟੈਂਸੀਫਾਈ ਕਰਨ ਲਈ 26 ਜਨਵਰੀ ਦਾ ਐਕਸ਼ਨ ਹੈ ਉਸ ਨੂੰ ਕਾਮਯਾਬ ਕਰਨ ਲਈ ਪੂਰਾ ਜ਼ੋਰ ਲਾਵਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਉਹ ਇਹਨਾਂ ਨੂੰ ਰਿਪੀਲ ਕਰੇ, MSP ਦੇ ਕਾਨੂੰਨ ਬਣਾਵੇ। ਸੁਪਰੀਮ ਕੋਰਟ ਜੋ ਕਰਦੀ ਹੈ, ਸੁਪਰੀਮ ਕੋਰਟ ਦਾ ਸਾਡਾ ਕੋਈ ਬਹੁਤਾ ਵਾਸਤਾ ਨਹੀਂ ਹੈ, ਨਾ ਸਾਡੇ ਮੇਰੇ ਖਿਆਲ ਉਹ ਬਾਈਂਡਿੰਗ ਹੈ। ਆਓ ਜੀ ਗੱਲ ਕਰਦੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ, ਉਹਨਾਂ ਦਾ ਇਸ ਸਾਰੇ ਵਿਸ਼ੇ ਦੇ ਪ੍ਰਤੀ ਕੀ ਵਿਚਾਰ? ਦੇਖੋ, ਜਿਹੜੀ ਅੱਜ
ਮੀਟਿੰਗ ਹੋਈ ਹੈ ਬੜੀ ਸਪਸ਼ਟ ਹੀ ਇਹ ਗੱਲ ਹੈ। ਤਾਂ ਅੱਜ ਦੀ ਮੀਟਿੰਗ ਹੈ ਜਿਹੜੀ ਬਿਲਕੁਲ ਬੇਸਿੱਟਾ ਹੈ। ਇਸ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਸਰਕਾਰ ਦੀ ਬਾਰ-ਬਾਰ ਉਹੀ ਪੁਰਾਣੀ ਰਾਟਾ ਹੈ ਜਿਹੜੀ ਦੁਬਾਰਾ ਫਿਰ ਸ਼ੁਰੂ ਕੀਤੀ ਹੈ ਕਿ ਇਹਦੇ ਤੇ ਤੁਸੀਂ ਸੋਧਾਂ ਕਰਾ ਲਓ। ਸੋਧਾਂ ਕਰਨ ਲਈ ਸਰਕਾਰ ਤਿਆਰ ਹੈ। ਸਰਕਾਰ ਦਾ ਰੁਖ ਸੀ ਜਿਹੜਾ ਅੱਜ ਕਿਸਾਨਾਂ ਪ੍ਰਤੀ ਔਰ ਸਾਡੇ ਅੰਦੋਲਨ ਪ੍ਰਤੀ, ਇਹਦੇ ਪ੍ਰਤੀ ਪੂਰਾ ਸਪਸ਼ਟ ਹੋ ਗਿਆ ਕਿ ਸਰਕਾਰ ਕਿਸਾਨਾਂ ਲਈ ਸੰਜੀਦਾ ਨਹੀਂ ਹੈ। ਮੈਂ ਤਾਂ ਇਹ ਵੀ ਕਹੂੰਗਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੇ ਬੜੀ ਚਿੰਤਾ ਹੈ। ਉੱਥੋਂ ਦੇ ਲੋਕਤੰਤਰਕ ਢਾਂਚੇ ਨੂੰ ਬੜਾ ਫਿਕਰਮੰਦ ਨੇ ਉੱਥੋਂ ਦੇ ਬਾਰੇ, ਲੇਕਿਨ ਸਾਡੇ ਮਤਲਬ ਭਾਰਤ ਦੇ ਅੰਦਰ ਜੋ ਹੋ ਰਿਹਾ ਇੱਥੇ ਜਿਹੜੇ ਕਿਸਾਨ ਵਿਚਾਰੇ ਠਰ ਰਹੇ ਨੇ, ਮਰ ਰਹੇ ਨੇ, 70 ਤੋਂ ਉੱਪਰ ਕਿਸਾਨਾਂ ਦੀ ਡੈਥ ਹੋ ਚੁੱਕੀ ਹੈ। ਇਹਦੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਬਿਲਕੁਲ ਨਿਸ਼ਚਿੰਤ ਬੈਠੇ ਆ। ਇਹਦੇ ਤੇ ਕੋਈ ਚਿੰਤਾ ਨਹੀਂ। ਔਰ ਅਗਲੀ ਗੱਲ ਅਸੀਂ ਇਹ ਸਪਸ਼ਟ ਕਰਕੇ ਆਏ ਹਾਂ ਕਿ ਇਹ ਕਲੀਅਰ ਹੈ ਕਿ ਕਿਸਾਨ ਕਾਨੂੰਨਾਂ ਨੂੰ ਰਿਪੀਲ ਕਰਾਉਣ ਲਈ, ਰੱਦ ਕਰਾਉਣ ਲਈ ਆਏ ਆ। ਰੱਦ ਕਰਨ ਤੋਂ ਉਰੇ ਕੋਈ ਗੱਲ ਨਹੀਂ। ਭਾਵੇਂ ਇਹਦੀ ਸੰਵਿਧਾਨਕ ਮਾਨਤਾ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਹੈ, ਲੇਕਿਨ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਹੈ ਕਿ ਇਹ ਕਾਨੂੰਨ ਸਾਡੇ ਕਿਸਾਨਾਂ ਦੀ ਮੌਤ ਦੇ ਵਾਰੰਟ ਹੈ। ਔਰ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਮਾਨਤਾ ਨਹੀਂ ਦੇਣ ਦਿਆਂਗੇ, ਚਾਹੇ ਕੁਛ ਵੀ ਹੋਵੇ। ਔਰ ਅਸੀਂ ਤਾਂ ਇਹ ਵੀ ਕਹਿ ਕੇ ਆਏ ਹਾਂ, ਜਿਵੇਂ ਸਰਕਾਰ ਦਾ ਬਾਰ-ਬਾਰ ਗੱਲ ਆਉਂਦੀ ਸੀ ਕਿ ਬਹੁਤ ਸਾਰਾ ਦੇਸ਼ ਦੇ ਕਿਸਾਨ ਜਿਹੜੇ ਸਾਡੇ ਨਾਲ ਨੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਹੈ। ਅਸੀਂ ਤਾਂ ਕਲੀਅਰ ਕੱਟ ਇਹ ਵੀ ਕਿਹਾ ਕਿ ਆਹ ਜਿਹੜੇ ਬੈਠੇ ਨੇ ਇਹ ਤੁਹਾਨੂੰ ਸ਼ਾਇਦ ਅੱਤਵਾਦੀ ਲੱਗਦੇ ਹੋਣ, ਇਹ ਸ਼ਾਇਦ ਤੁਹਾਨੂੰ ਠੀਕ ਨਾ ਲੱਗਦੇ ਹੋਣ, ਕਿਸਾਨ ਤੁਹਾਨੂੰ ਤੁਹਾਡੇ ਵਿਰੋਧੀ ਦਿਸਦੇ ਹੋਣ, ਇਹਨਾਂ ਦੇ ਉੱਤੇ ਗੋਲੀਆਂ ਮਾਰ ਲਓ, ਇਹਨਾਂ ਨੂੰ ਗੋਲੀਆਂ ਮਾਰ ਕੇ ਇਹਨਾਂ ਨੂੰ ਖਤਮ ਕਰ ਲਓ ਤੇ ਉਹਨਾਂ ਨੂੰ ਰੱਖ ਲਓ ਜੇ ਤੁਹਾਨੂੰ ਉਹ ਤੁਹਾਡੇ ਪੱਖ ਦੇ ਲੱਗਦੇ ਨੇ। ਪਰ ਕਿਸਾਨ ਜਾਣਗੇ ਨਹੀਂ, ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਇਹ ਗੱਲ ਹੈ। ਦੂਸਰੀ ਗੱਲ, ਅੱਜ ਮੈਨੂੰ ਪਤਾ ਲੱਗਿਆ ਹੈ ਕਿ ਸੁਖਬੀਰ ਬਾਦਲ ਜੀ ਵੱਲੋਂ ਇੱਕ ਬਿਆਨ ਆਇਆ ਹੈ ਕਿ ਪੁਲਿਸ ਤੰਗ ਕਰ ਰਹੀ ਹੈ। ਇੱਥੋਂ ਦੀ ਮੈਨੂੰ ਲੱਗਿਆ ਹੈ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਮਿਲ ਗਈ ਹੈ। ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਇੱਥੇ ਜਿਹੜੇ ਜੋ ਅਫਸਰ ਆਏ ਵੀ ਨੇ ਉਹ ਮੈਨੂੰ ਨਹੀਂ ਲੱਗਿਆ ਕਿਸੇ ਨੂੰ ਮਤਲਬ ਕੋਈ ਤੰਗ ਜਾਂ ਪਰੇਸ਼ਾਨ ਕਰਦੇ ਹੋਣ। ਹਾਂ, ਇਹ ਜ਼ਰੂਰ ਆ ਗੱਲ ਕਿ ਪੰਜਾਬ ਪੁਲਿਸ ਇਸ ਗੱਲ ਤੋਂ, ਪੰਜਾਬ ਸਰਕਾਰ ਸਤਰਕ ਹੋਵੇ। ਪੰਜਾਬ ਪੁਲਿਸ ਨੇ ਜੋ ਰਵੱਈਆ ਅਖਤਿਆਰ ਕੀਤਾ ਹੈ, ਇੱਕ ਮੁੰਡਿਆਂ ਨੇ ਕਿਸਾਨ ਐਂਥਮ ਗੀਤ ਗਾਇਆ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇੰਟੈਰੋਗੇਟ ਕੀਤਾ ਜਾ ਰਿਹਾ ਹੈ, ਬੜਾ ਗਲਤ ਹੈ। ਅਗਰ ਇਹ ਹੁੰਦਾ ਹੈ ਤਾਂ ਸਮਝ ਲਓ ਪੰਜਾਬ ਪੁਲਿਸ ਵੀ ਪੰਜਾਬ ਦਾ ਮਾਹੌਲ ਵਿਗਾੜਨ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ। ਔਰ ਸਾਡੇ ਕਲਾਕਾਰ ਆ ਸਾਡੇ ਜਿਹੜੇ ਕਲਾਕਾਰ ਮੁੰਡੇ ਆ, ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਆ ਈਡੀ ਵੱਲੋਂ। ਅਸੀਂ ਆਪਦੇ ਉਹਨਾਂ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਬੜਾ ਬਲ ਦਿੱਤਾ ਹੈ, ਬੜਾ ਸਹਿਯੋਗ ਆ ਉਹਨਾਂ ਨੌਜਵਾਨਾਂ ਦਾ। ਔਰ ਅਸੀਂ ਕਹਾਂਗੇ ਕਿ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ, ਸਾਰੀਆਂ ਦੀਆਂ ਸਾਰੀਆਂ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ। ਅਗਰ ਸਰਕਾਰ ਉਹਨਾਂ ਨਾਲ ਧੱਕੇਸ਼ਾਹੀ ਕਰੇਗੀ ਤਾਂ ਅੰਦੋਲਨ ਹੋਰ ਖਰਾਬ ਹੋਏਗਾ, ਹੋਰ ਤਕੜਾ ਹੋਏਗਾ, ਹੋਰ ਵੱਡਾ ਹੋਏਗਾ ਸਰਕਾਰ ਦੇ ਖਿਲਾਫ। ਅਗਰ ਮਾਹੌਲ ਵਿਗਾੜਦੀ ਹੈ ਸਰਕਾਰ ਤਾਂ ਸਰਕਾਰ ਜ਼ਿੰਮੇਵਾਰ ਹੋਏਗੀ। किसानों का कोई दोष नहीं होगा ਇਹਦੇ ਵਿੱਚ। ਇਹ ਗੱਲ ਤੇ ਸਰਕਾਰ सतर्क होवे। अब हमारे साथ शिव कुमार कक्का जी भोपाल से। कक्का जी, आपके विचार आज की मीटिंग के ऊपर? देखिए, 9 राउंड जो बैठक हुई है उस बैठक में केवल 3 काले कानून पर हमारे नेताओं ने सबने विषय रखा है। सरकार 3 काले कानून के आसपास घूमती रही है। 9 राउंड में कोई भी नतीजा निकालने में सरकार असमर्थ रही है। साथ में ऊपर से ये तोहमत कि किसान का रवैया अड़ियल है, सरकार का रवैया अड़ियल है, ये बात स्पष्ट होती है कि 9 राउंड में भी सरकार इसको सुलझा नहीं सकी है। और ये अड़ियल रवैया सरकार का है, हमारा बिल्कुल अड़ियल नहीं है। जो कानून इस देश के अन्नदाता को नहीं चाहिए उसको आप जबरिया देकर क्या संदेश देश को देना चाहते हैं? आज भी वही वार्ता हुई है, वही चर्चा हुई है, सरकार ने उसी बात को फिर से रखा है, उसको हम लोगों ने नकार दिया है और स्पष्ट संदेश दे दिया है कि जब तक ये 3 काले कानून आप रद्द नहीं करेंगे आंदोलन हमारा चलता रहेगा। 70 किसान हम खो चुके हैं और कितनी लाशें आपको चाहिए ये हमने सरकार को कहा है। सरकार संवेदनहीन है, संवेदनशीलता बिल्कुल नहीं दिखा रही है, अलोकतांत्रिक है। पूरे आंदोलन में मैं खास तौर से लोकतंत्र की दुहाई दे रहे हैं हमारे मंत्री जी। हम लोकतंत्र को खोज रहे हैं कि लोकतंत्र कहाँ खो गया है। धन्यवाद। अभिमन्यु जी, जो मंत्री ने बयान दिया है कि बहुगिनती में जो किसान इसके समर्थन में हैं, इसके ऊपर आप क्या कहना चाहते हैं? देखिए, अभी सरकार के कुछ प्रवक्ता कह रहे थे कि 93 लाख किसानों ने उनको समर्थन दिया है। अभी कुछ दिन पहले जब आरटीआई लगाई गई तो आरटीआई के जवाब में सरकार कहती है हमारे पास ऐसा कोई डाटा ही नहीं है,
तो सरकार देश को गुमराह क्यों कर रही है? अभी कुछ दिन पहले ये दावा किया गया सरकार द्वारा कि हरियाणा के 1 लाख किसानों ने उन्हें समर्थन दिया। जब हमने उनकी जांच पड़ताल की तो मालूम चला 116 एफपीओ के नाम लिख के दे गए, और वो फार्मर्स प्रोड्यूसिंग ऑर्गेनाइजेशन जो कहीं पे एग्जिस्ट नहीं करते हैं। फिर कहा गया कि पंजाब के 3 लाख किसानों ने समर्थन दे दिया। जो व्यक्ति ये समर्थन की वो चिट्ठी लेके गया था, जब उसकी जांच पड़ताल की तो मालूम चला वो बीज बनाने वाली कंपनियों और पेस्टिसाइड बनाने वाली कंपनियों के लिए बिचौलिए का काम करता है। तो सरकार ये बात समझे कि अन्नदाता आज यहां बैठा है, और सरकार क्या कोशिश कर रही है? सरकार कोशिश कर रही है कि दूसरे राज्यों में किसान को ढूंढ ले। आज पूरे देश का किसान एकजुट है और वो अपनी लड़ाई जीत के ही वापस जाएगा, अन्यथा वापस नहीं जाएगा। सिरसा जी ਤੁਹਾਡੇ ਦੇ ਉੱਪਰ ਪ੍ਰਤੀਕਰਮ ਜੀ। मैं आपको हिंदी में कुछ कहना चाहता हूं जी। क्योंकि नागपुर से, छत्तीसगढ़ से, कई प्रदेशों से मेरे को फ़ोन आए हैं कि जो सरकार की जो आज भी मीटिंग में जो उन्होंने अपना रुख अपनाया उसकी नीयत और नीति क्या है उसके बारे में बताना चाहता हूं। मेरे को फ़ोन बहुत से आ रहे हैं कि सरकार इस किसानी संघर्ष को बदनाम करने के लिए ये कह रही है कि यहाँ पर जो एजिटेशन चल रहा है, जो किसान उधर से इस एजिटेशन में आना चाहते हैं उनको ये कह रही है कि ये लोग हैं, ये खालिस्तानी हैं, और पंजाब के लोगों के पास बहुत बड़े बड़े बंगले हैं, बड़ी बड़ी गाड़ियां हैं, वो इनसे लेकर आप लोगों को देना चाहती है, और इन खालिस्तानियों के पास तुमने मत जाना। वो हमारे को इसलिए हमारा भंडी प्रचार कर रही है। ये आज की मीटिंग से सरकार की जो नीयत और नीति है ये स्पष्ट हो गई है कि ये किसानों के प्रति कोई भी सहानुभूति नहीं रखती। ਧੰਨਵਾਦ। ਹੁਣ ਗੱਲ ਕਰਦੇ ਹਾਂ ਜੀ, ਸਾਡੇ ਨਾਲ ਬੈਰਾਮ ਕੇ ਜੀ ਦੀ ਹੋਗੀ ਜੀ। ਬਸ ਸੰਧੂ ਸਾਹਿਬ 1 ਮਿੰਟ ਦੇ ਵਿੱਚ ਜੀ। ਹਾਂ ਵੇਖੋ, ਇਹ ਸਾਡੇ ਲੀਡਰਾਂ ਨੇ ਜਿਹੜਾ ਅੰਦਰ ਕਿਹਾ, ਇਹ ਵੀ ਇੱਥੋਂ ਤੱਕ ਵੀ ਕਹਿਤਾ ਵੀ ਅਸੀਂ ਗੁਰੂ ਤੇਗ ਬਹਾਦਰ ਦੇ ਜਾਏ ਹਾਂ। ਉਹਨਾਂ ਨੇ ਇੱਥੇ ਸਰੀਰ ਕਟਾਇਆ ਜ਼ੁਲਮ ਦੇ ਵਿਰੁੱਧ। ਸਾਡੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਜਿਹੜਾ ਵਾ ਆ ਰਿਹਾ ਵਾ, ਸਾਡੇ ਲੋਕ ਆਰਿਆਂ ਨਾਲ ਚਰਾਏ ਗਏ। ਸਾਡਾ ਇਹ ਜਜ਼ਬਾ ਪੁਰਾਣਾ ਕਹਿ ਮੈਂ ਅਸੀਂ ਉਹਨਾਂ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਡੇ ਰਿਪੀਲ ਨਹੀਂ ਕੀਤੇ ਜਾਂਦੇ। ਬਾਕੀ ਜਿਹੜਾ ਤੁਸੀਂ ਉੱਜਾਂ ਲਾਉਂਦੇ ਜੇ ਸਾਰਾ ਕੁਝ ਗਲਤ ਆ। ਕੋਈ ਕਿਸਾਨ ਤੁਹਾਡੇ ਨਾਲ, ਇੱਕ ਵੀ ਕਿਸਾਨ ਨਹੀਂ ਸਾਰੇ ਦੇਸ਼ ਦਾ। ਤੁਸੀਂ ਐਵੇਂ ਸਾਰਾ ਝੂਠ ਮਾਰਦੇ, ਝੂਠ ਦੀਆਂ ਪੰਡਾਂ ਤੁਸੀਂ ਲੱਖ 2 ਲੱਖ ਦੀਆਂ ਚੁੱਕੀ ਫਿਰਦੇ ਜੇ। ਕਿਸਾਨ ਜਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ, ਕਿਸਾਨ ਸਾਡੇ ਨਾਲ ਆ। ਇਹ ਉਹਨਾਂ ਦਾ ਅਸੀਂ ਝੂਠ ਦਾ ਬੁਲੰਦਾ ਫੁੱਲ। ਇਹ ਸੀ ਜੀ ਸਾਂਝਾ ਜਥੇਬੰਦੀਆਂ ਦਾ ਫੈਸਲਾ ਜੋ ਤੁਹਾਡੇ ਤੱਕ ਪਹੁੰਚ ਚੁੱਕਿਆ, ਤੇ ਇਵੇਂ ਹੀ ਅੱਗੇ ਅਸੀਂ 26 ਤਰੀਕ ਵਾਲੇ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਵੱਧ ਤੋਂ ਵੱਧ ਉਹਦੇ ਉੱਪਰ ਅਪੀਲ ਕਰਾਂਗੇ। ਟਰੈਕਟਰ ਟਰਾਲੀਆਂ ਸਾਰੇ ਇੱਥੇ ਆਉਣ ਤਾਂ ਜੋ 26 ਮਾਰਚ ਨੂੰ 26 ਜਨਵਰੀ ਨੂੰ ਅਸੀਂ ਇੱਥੇ ਜਿਹੜਾ ਟਰੈਕਟਰ ਮਾਰਚ ਕਰ ਸਕੀਏ। ਧੰਨਵਾਦ।